Good afternoon, class. Good afternoon, ma'am. Good afternoon, बच्चे. Good afternoon, ma'am. Good afternoon, ma'am. Good afternoon, बच्चे. ਹੋਰ ਕੀ ਹਾਲ ਹੈ ਸਾਰਿਆਂ ਦਾ? ਵਧੀਆ ਮੈਮ। Okay, ਬੱਚੇ good. So, students, ਅੱਜ ਅਸੀਂ ਆਪਣਾ ਨੈਕਸਟ ਕਨਸੈਪਟ ਸਟਾਰਟ ਕਰਨਾ ਤਾਂ ਉਸ ਤੋਂ ਪਹਿਲਾਂ ਮੈਂ ਕੁਝ ਕੁਐਸਚਨ ਪੁੱਛੂੰਗੀ ਜਿਹਦਾ ਨੇਮ ਲੈਣਾ ਉਹ ਬੱਚਾ ਆਨਸਰ ਕਰੇਗਾ। ਫਰਸਟ ਸੀਆ ਆਬਜੈਕਟਸ ਆਪਣੀ ਪੋਜੀਸ਼ਨ ਕਿਵੇਂ ਚੇਂਜ ਕਰਦੇ? ਸੀਆ ਆਬਜੈਕਟਸ ਆਪਣੀ ਪੋਜੀਸ਼ਨ ਕਿਵੇਂ ਚੇਂਜ ਕਰਦੇ? मैम मुझे आवाज नहीं आ रही। ओके बच्चे, कि कोई भी ऑब्जेक्ट्स है वो अपनी पोजीशन कैसे चेंज करते हैं? मोशन। ओके, कैसे करते हैं? विद मोशंस। कीर्ति, ਕਿਸੇ ਵੀ ਆਬਜੈਕਟ ਨੂੰ ਪੁਸ਼ ਔਰ ਪੁਲ ਕਰਨ ਲਈ ਸਾਨੂੰ ਅਸੀਂ ਉਹਦੇ ਤੇ ਕੀ ਕਿਹੜਾ ਜਿਹੜੀ ਫੋਰਮ ਮਤਲਬ ਕਿਸੇ ਵੀ ਆਬਜੈਕਟ ਨੂੰ ਜਿਸ ਟਾਈਮ ਅਸੀਂ ਪੁਸ਼ ਔਰ ਪੁਲ ਕਰਦੇ ਅਸੀਂ ਉਹਨੂੰ ਕੀ ਕਹਿੰਦੇ? ਕਿਸੇ ਵੀ ਆਬਜੈਕਟ ਨੂੰ ਮੋਸ਼ਨ ਦੇਣ ਨੂੰ ਅਸੀਂ ਕੀ ਬੋਲਦੇ ਕੀਰਤੀ? मैम जिस पर एक्सटर्नल फोर्स लगती है। हाँ जी, एक्सटर्नल फोर्स, ठीक है, उसे हम बोलते हैं फोर्स। नेक्स्ट क्वेश्चन इज अनिकेत। अनिकेत, ਕੀ ਅਸੀਂ ਆਪਣੀ ਡੇਲੀ ਲਾਈਫ ਵਿੱਚ ਐਕਟੀਵਿਟੀਜ਼ ਕਰਦੇ ਹਾਂ? यस ਓਕੇ, मैम। ਤਾਂ ਮੈਨੂੰ ਕੁਝ ਡੇਲੀ ਲਾਈਫ ਐਕਟੀਵਿਟੀਜ਼ ਦੇ ਨੇਮ ਦੱਸੋ। मैम बाथिंग, रनिंग, स्लीपिंग, स्टडिंग एक्सेट्रा। ਓਕੇ, ਵੈਰੀ ਗੁੱਡ। ਸੋ ਸਟੂਡੈਂਟਸ, ਕੈਨ ਯੂ ਟੈਲ ਮੀ ਕਿ ਅਸੀਂ ਜਿਹੜੀਆਂ ਇਹ ਐਕਟੀਵਿਟੀਜ਼ ਕਰਦੇ ਅਸੀਂ ਉਹ ਕਿਸ ਤਰ੍ਹਾਂ ਕਰਦੇ ਤੇ ਜਿਹੜੀਆਂ ਇਹ ਐਕਟੀਵਿਟੀਜ਼ ਨੂੰ ਅਸੀਂ ਰੋਜ਼ ਡੇਲੀ ਲਾਈਫ ਚ ਕਰਦੇ ਉਸ ਲਈ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੁੰਦੀ? ਕੋਈ ਬੱਚਾ ਮੈਨੂੰ ਦੱਸ ਸਕਦਾ? नो मैम। ਓਕੇ ਬੱਚੇ, ਸੋ ਟੂਡੇਜ਼ ਆਰ ਟੋਪਿਕ ਇਜ਼ ਵਰਕ ਐਂਡ ਐਨਰਜੀ। ਠੀਕ ਹੈ, ਸਾਡਾ ਕੀ ਟੋਪਿਕ ਹੈ? ਵਰਕ ਐਂਡ ਐਨਰਜੀ। ਲਾਈਕ ਜਿਵੇਂ ਸਾਨੂੰ ਪਤਾ ਹੈ ਕਿ ਅਸੀਂ ਡੇਲੀ ਲਾਈਫ 'ਚ ਬਹੁਤ ਸਾਰੀਆਂ ਐਕਟੀਵਿਟੀਜ਼ ਕਰਦੇ, ਠੀਕ ਹੈ, ਉਹਨਾਂ ਐਕਟੀਵਿਟੀਜ਼ ਕਰਨ ਲਈ ਸਾਨੂੰ ਕੁਝ ਅਮਾਊਂਟ ਆਫ એનર્ਜੀ ਚਾਹੀਦੀ, ਉਹ ਕਿਸ ਫਾਰਮ ਵਿੱਚ ਸਾਨੂੰ ਮਿਲਦੀ, ਸਾਰਾ ਕੁਝ ਅਸੀਂ ਅੱਜ ਸਟੱਡੀ ਕਰਾਂਗੇ। ਸੋ ਕਹਿੰਦੇ ਕਿ ਪਹਿਲਾ ਫਰਸਟ ਸਾਡੇ ਪਾਸ ਵਰਕ ਕੀ ਹੁੰਦਾ? ਕਹਿੰਦੇ देयर इज अ डिफरेंस इन वे वी यूज द टर्म वर्क डे टू डे लाइफ। ठीक है, ਕਿ ਬਹੁਤ ਸਾਰਾ ਡਿਫਰੈਂਸ ਹੈ ਕਿ ਡੇ ਟੂ ਡੇ ਲਾਈਫ ਜਿਹੜਾ ਵਰਕ ਦੇ ਵਿੱਚ, ਠੀਕ ਹੈ, ਅਸੀਂ ਡੇ ਟੂ ਡੇ ਨਵਾਂ ਨਿਊ ਵਰਕ ਕਰਦੇ, ਠੀਕ ਹੈ, ਪੁਆਇੰਟ ਕਲੀਅਰ? ਵੇਟ ਸਟੂਡੈਂਟਸ, ਤੁਹਾਨੂੰ ਮੇਰੀ ਜਿਹੜੀ ਸਕਰੀਨ ਹੈ ਉਹ ਵਿਜ਼ੀਬਲ ਹੈ? ਮੇਰੀ ਸਕਰੀਨ ਸ਼ੇਅਰ ਹੋ ਰਹੀ ਤੁਹਾਨੂੰ? यस मैम। ਓਕੇ, यस मैम। ਸੋ ਦੇਖੋ ਬੱਚੇ, ਕਿ ਸਭ ਤੋਂ ਪਹਿਲਾਂ ਹੀ ਕੀ ਵਰਕ ਕੀ ਹੁੰਦਾ? ਕਹਿੰਦੇ what is work? ਕਹਿੰਦੇ difference, there is a difference in the way we use to term work day to day। ਮਤਲਬ day to day ਅਸੀਂ different work ਕਰਦੇ। ਹੁਣ ਏਦਾਂ ਤਾਂ ਹੈ ਨਹੀਂ ਕਿ ਅਸੀਂ ਰੋਜ਼ ਨਹਾਉਂਦੇ, ਰੋਟੀ ਖਾਂਦੇ, ਸੋ ਜਾਂਦੇ, ਬਸ ਹਰ ਰੋਜ਼ ਇੱਕੋ ਕੰਮ ਤਾਂ ਅਸੀਂ ਕਰਦੇ ਨਹੀਂ। ਕਿਸੇ ਦਿਨ ਅਸੀਂ ਕੰਮ ਕਰਦੇ, ਸਕੂਲ ਜਾਂਦੇ, ਸਕੂਲ ਵਿੱਚ different ਵਰਕ ਕਰਦੇ, ਠੀਕ ਹੈ, ਅਸੀਂ ਸਟੱਡੀ ਕਰਦੇ, ਬੁੱਕਸ ਲੈਂਦੇ, ਸਭ ਕੁਝ ਜਿਹੜਾ ਕੀ ਹੈ ਸਾਡੀ ਵਰਕ। ਜਿਹੜਾ ਹੁਣ ਕੋਈ ਕੰਮ ਕਰਦਾ ਉਹ ਆਪਣੇ ਆਫਿਸ ਜਾਂਦਾ, ਆਫਿਸ ਵਿੱਚ different ਵਰਕ ਕਰਦਾ, ਕਿਸੇ ਫੈਕਟਰੀ 'ਚ ਕੁਝ ਬਣਦਾ, ਰੋਜ਼ ਉਹਨਾਂ ਨੂੰ ਇਹ ਤਾਂ ਹੈ ਨਹੀਂ ਰੋਜ਼ ਉਹਨੇ ਇੱਕੋ ਚੀਜ਼ ਬਣਾ ਜਾਣੀ, ਉਹਨੇ different ਚੀਜ਼ਾਂ ਬਣਾਉਣੀਆਂ, ਠੀਕ ਹੈ, ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ? ਵਰਕ ਕਹਿੰਦੇ। ਇਨੀ ਨੈਕਸਟ ਹੈ ਸਾਡੇ ਪਾਸ not much work is spite of working hard। ਕਿ ਹੁਣ ਜਿਹੜਾ ਕੋਈ ਵੀ ਵਰਕ ਹੈ ਉਹ ਕੀ ਹੈ? ਸਪਾਈਟ ਆਫ ਵਰਕਿੰਗ, ਮਤਲਬ ਵਰਕ ਹਾਰਡ ਦਾ ਮਤਲਬ ਹੁਣ ਸਾਡੇ ਪਾਸ ਕੀ ਹੈ? ਲਾਈਕ ਹੁਣ ਐਗਜ਼ਾਮਪਲ ਲੈ ਲਓ ਸੀਆ ਦੀ। ਸੀਏ ਨੇ ਆਪਣੇ ਐਗਜ਼ਾਮੀਨੇਸ਼ਨ ਲਈ ਪ੍ਰਪੇਅਰ ਕਰਨਾ, ਸੋ ਇਹ ਕੀ ਕਰੂੰਗੀ? ਆਪਣਾ ਬਹੁਤ ਜ਼ਿਆਦਾ ਟਾਈਮ ਜਿਹੜਾ ਹੈ ਸਟੱਡੀ ਤੇ ਲਗਾਊਗੀ, ਬੁੱਕਸ ਰੀਡ ਕਰੂਗੀ, ਬੁੱਕਸ ਕਲੈਕਟ ਕਰੂਗੀ, different ਬੁੱਕਸ, ਠੀਕ ਹੈ, ਡਾਇਗ੍ਰਾਮ ਬਣਾ ਕੇ ਦੇਖੂਗੀ,
ਉਸ ਤੋਂ ਬਾਅਦ ਕੁਐਸਚਨ ਪੇਪਰ ਪਿਛਲੇ ਸਾਲ ਜਿਹੜੇ ਪਿਛਲੇ ਸਾਲਾਂ ਦੇ ਕੁਐਸਚਨ ਪੇਪਰਸ ਹੈ ਉਹ ਲਊਗੀ, ਆਪਣੀਆਂ ਪੂਰੀਆਂ ਕਲਾਸਿਸ ਅਟੈਂਡ ਕਰੂਗੀ, ਠੀਕ ਹੈ। ਤੇ ਕੋਈ ਵੀ ਨੂੰ ਪ੍ਰੋਬਲਮ ਆਈ ਕਿਸੇ ਵੀ ਚੀਜ਼ ਨੂੰ ਸਮਝਣ ਲਈ, ਜਾਂ ਤਾਂ ਆਪਣੇ ਟੀਚਰ ਨੂੰ ਕਹੂਗੀ ਮੈਨੂੰ ਸਮਝਾਓ, ਜਾਂ ਆਪਣੇ ਫਰੈਂਡਸ ਨਾਲ ਡਿਸਕਸ ਕਰੂਗੀ। ਇਹ ਸਾਰਾ ਕੀ ਹੈ ਜਿਹੜੇ ਇਹਦੇ ਵਿੱਚ ਉਹ ਬਹੁਤ ਜ਼ਿਆਦਾ ਜਿਹੜੀ ਆਪਣੀ એનર્ਜੀ ਹੈ ਜਿਹੜੀ ਇਹਨਾਂ ਐਕਟੀਵਿਟੀਜ਼ ਤੇ ਲਗਾ ਰਹੀ, ਠੀਕ ਹੈ। ਔਰ ਇਹਨੂੰ ਅਸੀਂ ਬੋਲਦੇ ਕਿ ਵਰਕ ਹਾਰਡ, ਵਰਕਿੰਗ ਹਾਰਡ, ਕਿ ਉਹ ਹਾਰਡ ਵਰਕ ਕਰ ਰਹੀ। ਦੇਖੋ ਬੁੱਕਸ ਇਕੱਠੀਆਂ ਕਰੂਗੀ, ਫਿਰ ਉਹ ਡੈਫੀਨੇਸ਼ਨ ਮਤਲਬ ਪੜੂਗੀ, ਡਾਇਗ੍ਰਾਮ ਬਣਾਊਗੀ, ਠੀਕ ਹੈ, ਕਲੈਕਟ ਕਰੂਗੀ, ਕੁਐਸਚਨ ਪੇਪਰ ਕਲੈਕਟ ਕਰੂਗੀ, ਇਹ ਉਹਦਾ ਕੀ ਹੈ ਵਰਕਿੰਗ ਹਾਰਡ, ਠੀਕ ਹੈ। ਇਸੇ ਤਰ੍ਹਾਂ ਅਗਰ ਅਸੀਂ ਇਹਨੀ ਨੈਕਸਟ ਐਗਜ਼ਾਮਪਲ ਲੈ ਲਈ ਕਿ ਅਗਰ ਅਸੀਂ ਕਿਸੇ ਪੱਥਰ ਨੂੰ ਮਤਲਬ ਰੋਕ ਨੂੰ, ਇੱਕ ਚਟਾਨ ਨੂੰ ਹਿਲਾਣਾ ਹੈ, ਚਟਾਨ ਨੂੰ ਹਿਲਾਉਣ ਲਈ ਤਾਂ ਸਾਨੂੰ ਕਿੰਨਾ ਜ਼ਿਆਦਾ ਆਪਣਾ ਜਿਹੜਾ ਉਹ ਹੈ એનર્ਜੀ ਲਗਾਉਣੀ ਪੈਣੀ। ਫਸਟਲੀ ਤਾਂ ਜਿੱਦਾਂ ਜਿੱਦਾਂ ਚਟਾਨ ਹਿੱਲੂਗੀ ਅਸੀਂ ਹਾਰਡ ਵਰਕ ਕਰੂੰਗੇ ਕਿ ਉਹ ਹਿੱਲੇ, ਅਸੀਂ ਉਹਨੂੰ ਪੁਸ਼ ਕਰੂੰਗੇ, ਉਹਨੂੰ ਕਿਸੇ ਤਰ੍ਹਾਂ ਤੋੜਨ ਦੀ ਕੁਛ ਕਰੂੰਗੇ, ਜਿਹਦੇ ਨਾਲ ਜਿਹੜੀ ਕੀ ਹੈ ਜਿਹੜੀ ਚਟਾਨ ਹੈ ਉਹ ਆਪਣੀ ਪੋਜੀਸ਼ਨ ਤੋਂ ਕੀ ਹੋਵੇ ਜਾਵੇ, ਡਿਸਪਲੇਸ ਹੋ ਜਾਵੇ, ਠੀਕ ਹੈ। ਸੋ ਇਹ ਸਾਡੇ ਪਾਸ ਹੁੰਦੀ ਆ ਵਰਕ। ਸੋ ਕਹਿੰਦੇ ਵਰਕ ਔਰ ਹਾਰਡ ਵਰਕ। ਨੈਕਸਟ ਹੈ ਸਾਡੇ ਪਾਸ ਸਾਇੰਟਿਫਿਕ ਕੰਸੈਪਸ਼ਨ ਆਫ ਵਰਕ। ਕਹਿੰਦੇ ਟੂ ਅੰਡਰਸਟੈਂਡ ਦੀ ਵੇ ਵੀ ਵਿਊ ਦੀ ਵਰਕ, ਡਿਫਾਈਨ ਦੀ ਵਰਕ ਫਰੋਮ ਪੁਆਇੰਟ ਆਫ ਵਿਊ ਦੀ ਸਾਇੰਸ। ਕੀ ਕਹਿੰਦੇ, ਕਹਿੰਦੇ ਇੱਕ ਪੈਬਲ ਲਵੋ, ਸਰਫੇਸ ਤੇ ਪਿਆ ਹੋਇਆ, ਇਹਨੂੰ ਮੂਵ ਕਰਾਓ ਕੁਛ ਡਿਸਟੈਂਸ ਵਿੱਚ, ਠੀਕ ਹੈ। ਯੂ ਐਕਸਰਟ ਦੀ ਫੋਰਸ ਔਨ ਦੀ ਪੈਬਲ ਐਂਡ ਦੀ ਪੈਬਲ ਗੋ ਡਿਸਪਲੇਸ। ਜਿੱਦਾਂ ਤੁਸੀਂ ਫੋਰਸ ਲਗਾਣਾ ਜਿਹੜਾ ਪੈਬਲ ਹੋਣਾ ਉਹਨ ਕੀ ਹੋ ਜਾਣਾ, ਡਿਸਪਲੇਸ ਹੋ ਜਾਣਾ, ਠੀਕ ਹੈ। ਇਨ ਦਿਸ ਸਿਚੁਏਸ਼ਨ ਵਰਕ ਇਜ਼ ਡਨ। ਇਸ ਸਿਚੁਏਸ਼ਨ ਚ ਕੀ ਹੋਇਆ, ਜਿਹੜਾ ਵਰਕ ਹੈ ਉਹ ਡਨ ਹੋਇਆ। ਲਾਈਕ ਇਹ ਗੱਲ ਕੋਈ ਲੜਕੀ ਆ ਉਹਨ ਟਰੋਲੀ ਪੁੱਲ ਕੀਤੀ, ਜਿੱਦਾਂ ਉਹਨੂੰ ਟਰੋਲੀ ਨੂੰ ਪੁੱਲ ਕੀਤਾ, ਜਿਹੜੀ ਟਰੋਲੀਆਂ ਮੂਵ ਹੋ ਜਾਣੀ ਡਿਸਟੈਂਸ ਵਿੱਚ। ਇਹਦੇ ਲਈ ਜਿਹੜਾ ਲੜਕੀ ਨੇ ਇੱਕ ਫੋਰਸ ਲਗਾਇਆ ਤੇ ਟਰੋਲੀ ਜਿਹੜੀ ਮੂਵ ਹੋ ਗਈ। ਔਰ ਇਹ ਵੀ ਕਿਆ ਹੈ, ਇੱਕ ਤਰ੍ਹਾਂ ਦਾ ਵਰਕ ਹੈ ਸਾਡੇ ਪਾਸ। ਅੱਗੇ ਹੈ ਵਰਕ ਡਨ ਬਾਈ ਕੌਂਸਟੈਂਟ ਫੋਰਸ। ਵਰਕ ਡਨ ਬਾਈ ਕੌਂਸਟੈਂਟ ਫੋਰਸ ਮਤਲਬ ਕਿ ਜਿਹਦੇ ਵਿੱਚ ਅਸੀਂ ਫੋਰਸ ਲਗਾਈ, ਕੌਂਸਟੈਂਟ ਫੋਰਸ ਲਗਾਣੀ, ਮਤਲਬ ਚੇਂਜ ਨਹੀਂ ਕਰਨੀ ਹੈਗੀ ਕਿ ਇੱਥੇ ਘੱਟ, ਇੱਕੋ ਕੌਂਸਟੈਂਟ, ਠੀਕ ਹੈ, ਫੋਰਸ ਲਗਾਣੀ। ਐਗਜ਼ਾਮਪਲ ਲਈ ਨਹੀਂ, ਇੱਕ ਫੋਰਸ ਲਗਾਣੀ ਕਿ ਇਕੁਅਲ ਡਾਇਰੈਕਸ਼ਨ ਵਿੱਚ ਜਾਵੇ ਤੇ ਡਿਸਪਲੇਸਮੈਂਟ ਦੇ ਨਾਲ, ਠੀਕ ਹੈ। ਇਨੀ ਕੀ ਲਿਆ, ਇੱਕ ਟੇਬਲ ਤੇ ਉਹ ਰੱਖੀ ਨਹੀਂ, ਇੱਕ ਲਾਈਕ ਬੁੱਕ ਰੱਖ ਲਓ ਟੇਬਲ ਤੇ, ਦੂਸਰੇ ਤੇ ਵੀ ਦੋ ਬੁੱਕਸ ਰੱਖ ਲਿਆਂ ਥੋੜੇ ਡਿਸਟੈਂਸ ਨਾਲ। ਮੈਂ ਫਸਟ ਬੁੱਕ ਤੇ ਜਿਸ ਟਾਈਮ ਫੋਰਸ ਲਗਾਉਂਗੀ ਨਾ, ਜਿਹੜੀ ਸੈਕਿੰਡ ਬੁੱਕ ਹੈ ਨਾ ਉਹਨ ਵੀ ਜਿਹੜੀ ਆਪਣੀ ਪੋਜੀਸ਼ਨ ਤੋਂ ਜਿਹੜਾ ਕੀ ਹੋ ਜਾਣਾ, ਡਿਸਪਲੇਸ ਹੋ ਜਾਣਾ। ਇਨੀ ਐਗਜ਼ਾਮਪਲ ਲਈ ਕਹਿੰਦੇ ਦੀ ਕੌਂਸਟੈਂਟ ਫੋਰਸ ਐਫ। ਫੋਰਸ ਕਿੰਨੀ ਲੈਣੀ ਅਸੀਂ, ਐਫ। ਐਕਟ on an object, let the object is displaced to the distance। object ਕੀ ਆਪਣੀ ਪੋਜੀਸ਼ਨ ਤੋਂ ਚੇਂਜ ਹੋ ਗਿਆ, ਠੀਕ ਹੈ। ਡਾਇਰੈਕਸ਼ਨ ਕਿਹੜੀ ਹੈ, ਐਸ। ਤੇ ਵਰਕ ਨੂੰ ਅਸੀਂ ਕਿਹਦੇ ਇੱਕੋ ਲੈ ਲਿਆ, ਹੀ ਨਹੀਂ, ਫੋਰਸ ਇਨਟੂ ਡਿਸਪਲੇਸਮੈਂਟ। ਜਿੰਨਾ ਅਸੀਂ ਫੋਰਸ ਲਗਾਇਆ ਔਰ ਜਿੰਨੀ ਚੀਜ਼ ਨੇ ਜਿਹੜੀ ਆਪਣਾ ਡਿਸਪਲੇਸਮੈਂਟ ਕੀਤੀ, W is equal to F S, ਠੀਕ ਹੈ। ਕਹਿੰਦੇ does the work done by the force acting on the object is equal to the magnitude of the force multiply by the distance move the direction of the work। ਕਾਹਦੇ ਇਕੁਅਲ ਹੋਣਾ, ਜਿੰਨਾ ਉਹਦਾ ਮੈਗਨੀਟਿਊਡ ਹੋਣਾ, ਮਲਟੀਪਲਾਈ ਬਾਈ ਕਾਹਦੇ, ਜਿੰਨਾ ਉਹ ਡਿਸਟੈਂਸ ਮੂਵ ਕਰਨਾ, ਠੀਕ ਹੈ। ਜਿਹੜਾ ਵਰਕ ਹੁੰਦਾ ਇਹਦਾ ਵੀ ਜਿਹੜਾ ਮੈਗਨੀਟਿਊਡ ਹੁੰਦਾ, ਬਟ ਇਹਦੀ ਡਾਇਰੈਕਸ਼ਨ ਨਹੀਂ ਹੁੰਦੀ, ਠੀਕ ਹੈ। ਨੈਕਸਟ ਹੈ ਸਾਡੇ ਪਾਸ એનર્ਜੀ। એનર્ਜੀ ਹੁਣ ਸਾਨੂੰ ਪਤਾ ਕਿਸੇ ਵੀ ਵਰਕ ਨੂੰ ਕਰਨ ਲਈ ਜਿਹੜੀ ਸਾਨੂੰ એનર્ਜੀ ਦੀ ਜ਼ਰੂਰਤ ਪੈਂਦੀ, ਲਾਈਕ ਕਿਸੇ ਵੀ ਚੀਜ਼ ਨੂੰ ਮੂਵ ਕਰਨ ਲਈ, ਫੋਰਸ ਲਗਾਉਣ ਲਈ, ਈਵਨਲੀ ਕੋਈ ਵਰਕ ਕਰਨ ਲਈ ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਉਹਨੂੰ ਅਸੀਂ ਬੋਲਦੇ એનર્ਜੀ, ਠੀਕ ਹੈ। ਹੁਣ એનર્ਜੀ ਦੇਖੋ, ਕਹਿੰਦੇ ਦੀ word energy is often used in our daily life, what science we gave the definite and precise meaning। Let us consider the following example। when a fast moving cricket ball hits the stationary wicket, the wicket is thrown away। ਠੀਕ ਹੈ। ਕਹਿੰਦੇ ਐਗਜ਼ਾਮਪਲਸ ਲੈਣੀਆਂ ਕਿ ਜਿੱਦਾਂ ਡੇਲੀ ਲਾਈਫ ਦੇ ਵਿੱਚ ਤਾਂ ਅਸੀਂ એનર્ਜੀ ਰੋਜ਼ ਯੂਜ਼ ਕਰਦੇ, ਵਰਡ ਯੂਜ਼ ਕਰਦੇ, ਬਟ ਜਿਹੜਾ ਸਾਇੰਸ ਹੈ ਸਾਨੂੰ ਇਹਨੂੰ ਡੈਫੀਨੇਟ ਜਿਹੜੀ ਦਾ ਮੀਨਿੰਗ ਦੱਸਿਆ। ਲਾਈਕ ਕੋਈ ਵੀ ਕ੍ਰਿਕਟ ਬਾਲ ਹੈ, ਉਹ ਬਹੁਤ ਜ਼ਿਆਦਾ ਸਪੀਡ ਨਾਲ ਆਈ ਤੇ ਉਹ ਜਿਹੜੀ ਸਟੇਸ਼ਨਰੀ ਵਿਕਟ, ਜਿਹੜੀ ਵਿਕਟ ਖੜੀ ਹੈ ਉਹਨੂੰ ਕੀ ਕਰ ਜਾਂਦੀ, ਹਿੱਟ ਕਰ ਜਾਂਦੀ, ਔਰ ਜਿਹੜੀ ਵਿਕਟ ਹੈ ਉਹ ਦੂਰ ਜਾ ਕੇ ਗਿਰ ਜਾਂਦੀ, ਠੀਕ ਹੈ। ਵੈਨ ਨਹੀਂ ਕਹਿੰਦੇ ਅਗਰ ਅਸੀਂ ਕੋਈ ਆਬਜੈਕਟ ਹੈ ਉਹਨੂੰ ਰੇਜ਼ ਕਰੀਏ ਸਰਟਨ ਹਾਈਟ ਤੇ, get capability to do work। ਇਹ ਜਿਹੜੀ ਕਿਹੜੀ ਕੈਪੇਬਿਲਿਟੀ ਹੁੰਦੀ, ਵਰਕ ਡਨ ਡੂ ਕਰਨ ਦੀ, ਠੀਕ ਹੈ। you must have seen when a ਲਾਈਕ ਹੁਣ ਉਹਨੇ ਐਗਜ਼ਾਮਪਲ ਦਿੱਤੀ ਕਿ ਜਿਸ ਟਾਈਮ ਅਸੀਂ ਜਿਹੜਾ ਹੈ ਕਿਸੇ ਵੀ ਵੁਡਨ ਬਲੋਕ ਵਿੱਚ ਅਸੀਂ ਨੇਲ ਲਗਾਉਂਦੇ, ਮਤਲਬ ਕਿੱਲ ਲਗਾਉਂਦੇ, ਤਾਂ ਅਸੀਂ ਉਹਨੂੰ ਹਥੌੜੇ ਨਾਲ ਮਾਰਦੇ। ਜਿੱਦਾਂ ਜਿੱਦਾਂ ਅਸੀਂ ਹਥੌੜਾ ਮਾਰੀ ਜਾਣਾ, ਉਦੋਂ ਉਦੋਂ ਜਿਹੜੀ ਕਿੱਲ ਹੈ
ਉਹ ਕੀ ਹੋ ਜਾਣੀ, ਉਹਦੇ ਵਿੱਚ ਜਾਈ ਜਾਣੀ, ਵੁਡਨ ਬਲੌਕ ਵਿੱਚ ਜਾਈ ਜਾਣੀ। ਮਤਲਬ ਜਦੋਂ ਜਿਹੜਾ ਹਥੌੜਾ ਵੱਜੀ ਜਾਣਾ, ਕਿਲ ਜਿਹੜੀ ਵਿੱਚ ਨੂੰ ਜਾਈ ਜਾਣੀ। ਮਤਲਬ ਕੀ ਹੋ ਰਿਹਾ, ਵਰਕ ਵੀ ਹੋ ਰਿਹਾ, ਨਾਲ ਅਸੀਂ ਕੀ ਆਪਣੀ એનર્ਜੀ ਵੀ ਲਗਾ ਰਹੇ। ਠੀਕ ਹੈ, ਸੋ ਇਹ ਸਾਡੇ ਪਾਸ ਕੁਝ एग्जांपल्स ਹੁੰਦੀ ਹੈ। नेक्स्ट है मेरे पास ਜਿਹੜੀ એનર્ਜੀ है ਇਹਨੂੰ ਅਸੀਂ ਮੇਜ਼ਰ ਕਰਦੇ जूल और किलो जाउल। ठीक है, जाउल और किलो जाउल ਵਿੱਚ यूनिट्स ऑफ एनर्जी जाउल एंड किलो जाउल। नेक्स्ट है फॉर्म ऑफ एनर्जी। एनर्जी ਦੀਆਂ ਕਿਹੜੀਆਂ ਫਾਰਮਸ ਹੁੰਦੀਆਂ। ਠੀਕ ਹੈ, એનર્ਜੀ ਸਾਨੂੰ ਕਹਿੰਦੇ ਬਹੁਤ ਡਿਫਰੈਂਟ ਫਾਰਮਸ ਮਿਲਦੀ, ਬਟ ਵੇਰੀਅਸ ਫਾਰਮ ਆਫ એનર્ਜੀ ਕਿਹੜੀ ਹੁੰਦੀ, ਪੋਟੈਂਸ਼ੀਅਲ એનર્ਜੀ, मैकेनिकल एनर्जी ਜਿਹੜੀ ਕੱਲ ਤੋਂ ਬਣਦੀ पोटेंशियल एनर्जी प्लस काइनेटिक एनर्जी, इलेक्ट्रिकल Yes, ma'am. एनर्जी एंड लाइट एनर्जी। ठीक है बच्चा। ओके बच्चे, नेक्स्ट है पोटेंशियल एनर्जी ऑफ एन ऑब्जेक्ट एट अ हाइट। हाइट तो जी पोटेंशियल एनर्जी की होनी ऑब्जेक्ट की, कहते जिस टाइम ऑब्जेक्ट जो है ऑब्जेक्ट इंक्रीज एनर्जी वैन रेज थ्रू दी हाइट। दिस इज बिकॉज वर्क डन अगेंस्ट दी ग्रेविटी। ठीक है, वर्क डन कि अगेंस्ट होया ग्रेविटी। वाइल इट इज बीइंग रेज द एनर्जी प्रेजेंट इन दी सच ऑब्जेक्ट इज द ग्रेविटेशनल पोटेंशियल एनर्जी। ठीक है, केड़ी एनर्जी होंदी उस टाइम ऑब्जेक्ट विच, ग्रेविटेशनल पोटेंशियल एनर्जी। ठीक है, ਜਿਹੜੀ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਹੁੰਦੀ ਆਬਜੈਕਟ ਦੀ, ਇਹ ਪੁਆਇੰਟ ਹੁੰਦੀ ਅਬਵ ਦੀ ਗਰਾਊਂਡ। ਵਰਕ ਡਨ ਕਿਹੜਾ ਹੁੰਦਾ, ਜਿਹੜਾ ਗਰਾਊਂਡ ਤੋਂ ਉੱਪਰ ਨੂੰ ਜਾ ਰਿਹਾ ਤੇ ਪੁਆਇੰਟ ਅਗੇਂਸਟ ਦੀ ਗ੍ਰੈਵਿਟੀ, ਗ੍ਰੈਵਿਟੀ ਦੇ ਜਿਹੜਾ ਅਗੇਂਸਟ ਪੁਆਇੰਟ ਹੁੰਦਾ ਉਹਦੇ ਲਈ। ਲਾਈਕ ਈਜ਼ੀ ਐਕਸਪ੍ਰੈਸ਼ਨ ਹੀ ਲਿਆ, ਪੋਟੈਂਸ਼ੀਅਲ ਇੱਕ ਆਬਜੈਕਟ ਸਿੱਟਿਆ ਉੱਪਰ ਨੂੰ, ਕੋਈ ਵੀ ਨਹੀਂ ਚੀਜ਼ ਲੈ ਲਈ, ਉਹ ਜਿੱਦਾਂ ਜਿੱਦਾਂ ਉੱਪਰ ਜਾਈ ਜਾਣਾ ਜਿਹੜੀ ਉਹਦੀ ਗ੍ਰੈਵਿਟੇਸ਼ਨਲ એનર્ਜੀ ਆ ਉਹ ਕੀ ਹੋਈ ਜਾਣੀ, ਗ੍ਰੈਵਿਟੀ ਤੋਂ ਆਪੋਜ਼ਿਟ ਜਾਣੀ ਤੇ ਗ੍ਰੈਵਿਟੇਸ਼ਨਲ એનર્ਜੀ ਕਿਉਂ ਡਿਕਰੀਜ਼ ਹੋ ਜਾਣੀ। ਲਾਈਕ ਕਹਿੰਦੇ ਕੰਸੀਡਰ ਕਰੋ ਆਬਜੈਕਟ ਆਫ ਮਾਸ m, let it be raised to the height h from the ground, the force is required to do this। ठीक है, हाइट h ਲੈ ਲਈ, ਮਾਸ m ਲੈ ਲਿਆ, ਮਿਨੀਮਮ ਫੋਰਸ ਕਿੰਨੀ ਚਾਹੀਦੀ ਇਹਨੂੰ ਇਕੁਅਲ ਟੂ ਕਿਹਦੇ ਹੁੰਦੀ, ਮਾਸ ਇਨਟੂ ਗ੍ਰੈਵਿਟੀ। ਠੀਕ ਹੈ, ਦੀ ਆਬਜੈਕਟ gains energy equal to the work done on it। ऑब्जेक्ट ने कितनी एनर्जी गेन करनी जिन्ना उन्हें वर्क चाहिए, वर्क डन करना चाहिए। ठीक है, लेट वर्क डन अगेंस्ट द ग्रेविटी w, w की है जेड़ा उस वर्क डन, w का इक्वल हो जाना फोर्स इनटू डिस्प्लेसमेंट। फोर्स की इक्वल होता mg, डिस्प्लेसमेंट की हो गया हाइट दे, साडे पास की आ गया mgh। एक्सप्रेशन की आ गया साडे पास w इज इक्वल टू mgh। लाइक इनू ਅਸੀਂ पोटेंशियल एनर्जी ਵਿੱਚ ਲਿਖਦੇ ਹੁੰਦੇ, ਇਹ पोटेंशियल एनर्जी ਨੂੰ ਰਿਪਰੈਜ਼ੈਂਟ ਕਰਦੇ ep, तो जेड़ा साडे पास एक्सप्रेशन आ गया EP इज इक्वल टू mgh। ठीक है, EP इज इक्वल टू mgh। ਹੁਣ ਕਹਿੰਦੇ ਜਿਹੜਾ ਵਰਕ ਡਨ ਹੈ ਨੋਟ ਕੀ ਕਰਨਾ, ਕਹਿੰਦੇ ਜਿਹੜਾ ਵਰਕ ਡਨ ਬਾਈ ਦੀ ਗ੍ਰੈਵਿਟੀ ਡਿਪੈਂਡ ਅਪਨ ਦੀ ਡਿਫਰੈਂਸ ਇਨ ਵਰਟੀਕਲ ਹਾਈਟਸ ਆਫ ਦੀ ਇਨੀਸ਼ੀਅਲ ਐਂਡ ਫਾਈਨਲ ਪੋਜੀਸ਼ਨ। ਜਿਹੜਾ ਡਿਪੈਂਡ ਕਰਨਾ ਗ੍ਰੈਵਿਟੀ ਦੇ ਕਾਹਦੇ ਵਿੱਚ, ਡਿਫਰੈਂਸ ਕਾਹਦੇ ਵਿੱਚ, ਜਿਹੜੀ ਉਹਦੀ ਇਨੀਸ਼ੀਅਲ ਪੋਜੀਸ਼ਨ ਹੋਣੀ ਤੇ ਜਿਹੜੀ ਉਹਦੀ ਕਿਹੜੀ ਹੋਣੀ ਫਾਈਨਲ ਪੋਜੀਸ਼ਨ ਤੇ। ਠੀਕ ਹੈ, ਦੋ ਆਬਜੈਕਟ ਲਈ ਨਹੀਂ, फस्ट ਜਿਹੜਾ ਹੈ ਉਹ ਸਿੱਧਾ ਹੋ ਕੇ ਆ ਸਕਦਾ, ਕੋਈ ਵੀ ਆਬਜੈਕਟ ਹੈ ਉੱਪਰ ਨੂੰ ਸਿੱਟਿਆ ਉਹਨੇ ਸਿੱਧਾ ਹੀ ਨੀਚੇ ਆ ਗਿਆ। ਸੈਕੰਡ ਜਿਹੜਾ ਆਬਜੈਕਟ ਹੈ ਉਹ ਅਗਰ ਉਹਨੂੰ ਪ੍ਰੋਪਰ ਅਮਾਉਂਟ ਚ ਡਿਸਪਲੇਸਮੈਂਟ ਨਹੀਂ ਮਿਲੀ ਤਾਂ ਉਹਨੂੰ ਕੀ ਕਰਨਾ, ਪੋਜੀਸ਼ਨ ਆਪਣੀ ਚੇਂਜ ਵੀ ਕਰ ਸਕਦਾ। ਠੀਕ ਹੈ, ਲਾਈਕ ਮੈਂ ਉੱਪਰ ਨੂੰ ਪੇਜ ਥਰੋ ਕਰਾਂ ਤਾਂ ਪੇਜ ਨੇ ਜਿਹੜਾ ਹੈ ਥੋੜਾ 에ਅਰ ਦੀ ਕਰਕੇ ਉਹਦਾ ਰੈਜ਼ਿਸਟੈਂਸ ਤਾਂ पेज ने डायरेक्टली नीचे नहीं आना है। ठीक है, उनकी अपनी पोजीशन थोड़ी थोड़ी चेंज करी जानी। सो स्टूडेंट समझ आया सारे नु? Yes, ma'am. ओके, नेक्स्ट ਹੁੰਦਾ ਲਾ ਆਫ ਕੰਜ਼ਰਵੇਸ਼ਨ ਆਫ એનર્ਜੀ। ਲਾ ਆਫ ਕੰਜ਼ਰਵੇਸ਼ਨ ਆਫ એનર્ਜੀ ਸਾਨੂੰ ਕੀ ਕਹਿੰਦਾ ਕਿ ਜਿਹੜੀ એનર્ਜੀ ਹੈ ਉਹਨੂੰ ਨਾ ਹੀ ਤਾਂ ਅਸੀਂ ਕ੍ਰੀਏਟ ਕਰ ਸਕਦੇ, ਨਾ ਹੀ ਅਸੀਂ ਡਿਸਟੋਰ ਕਰ ਸਕਦੇ, ਬਸ એનર્ਜੀ ਨੂੰ ਅਸੀਂ ਕੀ ਹੈ ਕਨਵਰਟ ਕਰ ਸਕਦੇ ਇੱਕ ਫਾਰਮ ਟੂ ਅਨਦਰ ਫਾਰਮ। ਇਹਦੇ ਕੀ ਮਤਲਬ, એનર્ਜੀ ਕੈਨ ਨੈਦਰ ਬੀ ਕ੍ਰੀਏਟਡ ਨਰ ਬੀ ਡਿਸਟਰੋਏ ਬਟ ਕਨਵਰਟ ਇਨਟੂ ਵਨ ਫਾਰਮ ਟੂ ਅਨਦਰ ਫਾਰਮ। ਇਨੀ ਐਗਜ਼ਾਮਪਲ ਲਈ ਕੋਈ ਆਬਜੈਕਟ ਹੈ ਉਹਦਾ ਮਾਸ m ਹੈ, ਮੇਡ ਫ੍ਰੀਲੀ ਉਹ ਫ੍ਰੀਲੀ ਫੋਲ ਹੋ ਸਕਦਾ ਹਾਈਟ ਟੂ h ਤੋਂ। ਠੀਕ ਹੈ, ਐਟ ਦੀ ਸਟਾਰ ਦੀ ਪੋਟੈਂਸ਼ੀਅਲ એનર્ਜੀ ਇਜ਼ mgh। ਪੋਟੈਂਸ਼ੀਅਲ એનર્ਜੀ ਕਿੰਨੀ ਦੇਤੀ ਉਹਦੀ mgh ਐਂਡ ਕਾਈਨੈਟਿਕ એનર્ਜੀ ਕਿੰਨੀ ਦੇਤੀ 0। ਠੀਕ ਹੈ, ਵਾਈ ਦੀ ਕਾਈਨੈਟਿਕ એનર્ਜੀ 0, ਇਟ ਇਜ਼ 0 ਬਿਕੋਜ਼ ਇਟਸ ਵੈਲੋਸਿਟੀ ਇਜ਼ 0। ਕਾਈਨੈਟਿਕ એનર્ਜੀ ਕੀ ਹੁੰਦੀ, ਇਹ ਜਿਹੜੀ ਕਾਈਨੈਟਿਕ ਦਾ એનર્ਜੀ ਦਾ ਫਾਰਮੂਲਾ ਹੁੰਦਾ हाफ mb स्क्वायर। ठीक है, हाफ mb स्क्वायर। हूँ अगर वेलोसिटी 0 होगी तो काइनेटिक एनर्जी भी क्या हो जानी, 0 हो जानी। सो कहते
ਕਿ ਜਿਹੜੀ ਪਹਿਲਾਂ ਤਾਂ ਜਿਹੜੀ ਵੈਲੋਸਿਟੀ ਹੈ ਕਾਈਨੈਟਿਕ એનર્ਜੀ ਜ਼ੀਰੋ ਰਹਿਣੀ, ਬਟ ਜਿੱਦਾਂ ਜਿੱਦਾਂ ਉਹ ਨੀਚੇ ਨੂੰ ਆਣਾ ਤਾਂ ਜਿਹੜੀ ਉਹਦੀ ਪੋਟੈਂਸ਼ੀਅਲ એનર્ਜੀ ਜ਼ੀਰੋ ਹੋ ਜਾਣੀ, ਔਰ ਜਿਹੜੀ ਕਾਈਨੈਟਿਕ એનર્ਜੀ ਆ ਉਹ ਕੀ ਹੋਣ ਲੱਗ ਜਾਣੀ, ਇਨਕਰੀਜ਼ ਹੋਣ ਲੱਗ ਜਾਣੀ। ਦੈਨ ਸਾਡੇ ਪਾਸ ਇਹਦਾ ਫਾਰਮੂਲਾ ਮਿਲਣਾ, potential energy plus kinetic energy is equal to constant, mgh plus half mb square is equal to constant। so student ਸਮਝ ਆਇਆ ਸਾਰਿਆਂ ਨੂੰ? Yes, ma'am. ਚਲੋ ਫਿਰ ਮੈਂ ਹੁਣ ਕੁਐਸਚਨ ਪੁੱਛਦੀ ਹਾਂ ਤੁਹਾਡੇ ਤੋਂ, ਤੇ ਫਿਰ ਮੈਂ ਦੇਖਦੀ ਤੁਹਾਨੂੰ ਕਿੰਨਾ ਕੁ ਸਮਝ ਆਇਆ। ਕੀਰਤੀ, examples of work done in daily life। मैम जैसे क्लीनिंग, वॉकिंग, राइटिंग हाँ जी, वेरी गुड, एक्सेट्रा। very good। okay, Aniket, what do you mean by energy? Aniket, what do you mean by energy? Ma'am, energy is defined as capacity for doing work. Okay, very good, capacity for doing work। Next question is for Sia। Sia, forms of energy। Sia, forms of energy। Ma'am, energy provide many different forms like potential हाँ energy, जी, heat energy, chemical energy, electrical energy, and light energy, etc. ਓਕੇ ਵੈਰੀ ਗੁੱਡ ਸਟੂਡੈਂਟ। ਸੋ ਤੁਹਾਡਾ ਕੱਲ ਦਾ ਹੋਮਵਰਕ ਹੈ, ਤੁਸੀਂ ਜਿਹੜੀਆਂ ਸਾਡੀਆਂ ਡੇਲੀ ਐਕਟੀਵਿਟੀਜ਼ ਹੈ ਜਿਹਦੇ ਵਿੱਚ ਅਸੀਂ ਵਰਕ ਡਨ ਕਰਦੇ ਉਹਨੂੰ ਆਪਣੀ ਸਕ੍ਰੈਪ ਬੁੱਕ ਤੇ ਪੇਸਟ ਕਰਕੇ ਲੈ ਕੇ ਆਣਾ। ਓਕੇ ਸਟੂਡੈਂਟਸ, okay students, goodbye and take care। बाय बच्चे।